BA ਸਮੈਸਟਰ ਫਸਟ ਸਬਜੈਕਟ ਰਿਲੀਜੀਅਸ ਸਟੱਡੀਜ਼ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਸਿੱਖ ਧਰਮ ਕਿਤਨਾ ਪੁਰਾਣਾ ਹੈ ਤੇ ਇਸ ਦੀ ਰਚਨਾ ਕਿੱਥੇ ਹੋਈ ਸੀ? ਸਿੱਖ ਧਰਮ ਤਕਰੀਬਨ 500 ਸਾਲ ਪੁਰਾਣਾ ਹੈ। ਇਸ ਧਰਮ ਦੀ ਰਚਨਾ ਪੰਜਾਬ ਵਿੱਚ ਹੋਈ। ਇਸ ਧਰਮ ਦੇ ਅਨੁਯਾਈ ਅੱਜ ਵੀ ਪੰਜਾਬ ਵਿੱਚ ਹੀ ਮਿਲਦੇ ਹਨ। ਸੰਸਾਰ ਦੇ ਸਾਰੇ ਧਰਮਾਂ ਵਿੱਚੋਂ ਇਹ ਉਮਰ ਵਿੱਚ ਸਭ ਤੋਂ ਛੋਟਾ ਹੈ। ਜਦੋਂ ਸਿੱਖੀ ਧਰਮ ਦਾ ਵਿਕਾਸ ਹੋਇਆ, ਪੰਜਾਬ ਦੀ ਰਾਜਨੀਤਿਕ ਹਾਲਤ ਕਿਸ ਤਰ੍ਹਾਂ ਦੀ ਸੀ? ਉਸ ਸਮੇਂ ਪੰਜਾਬ ਦਿੱਲੀ ਸਲਤਨਤ ਦਾ ਇੱਕ ਹਿੱਸਾ ਸੀ ਅਤੇ ਪੰਜਾਬ ਨੂੰ ਲਾਹੌਰ ਦਾ ਸੂਬਾ ਵੀ ਕਿਹਾ ਜਾਂਦਾ ਸੀ। ਇਸ ਸਮੇਂ ਦੇ ਰਾਜੇ ਨਿਰੰਕੁਸ਼ ਸਨ। ਪੰਜਾਬ ਵਿੱਚ ਅਤਿਆਚਾਰ ਹੋ ਰਹੇ ਸਨ। ਸਰਕਾਰੀ ਕਰਮਚਾਰੀ ਭ੍ਰਿਸ਼ਟਾਚਾਰੀ ਹੋ ਗਏ ਸਨ। ਰਾਜੇ ਆਪਣੇ ਐਸ਼ੋ ਆਰਾਮ ਵਿੱਚ ਮਸਤ ਸਨ। ਨਿਆਂ ਦੀ ਆਸ ਹੀ ਨਹੀਂ ਕੀਤੀ ਸੀ ਜਾ ਸਕਦੀ। ਪੰਜਾਬ ਦੀ ਰਾਜਨੀਤਿਕ ਹਾਲਤ ਬਹੁਤ ਖਰਾਬ ਸੀ। ਪੰਜਾਬ ਵਿੱਚ ਅਰਾਜਕਤਾ ਫੈਲੀ ਹੋਈ ਸੀ। ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ? ਉਹਨਾਂ ਦੇ ਮਾਤਾ ਪਿਤਾ ਦਾ ਨਾਂ ਕੀ ਸੀ? ਗੁਰੂ ਨਾਨਕ ਦੇਵ ਜੀ ਦਾ ਜਨਮ 1439 ਈਸਵੀ ਨੂੰ ਲਾਹੌਰ ਜ਼ਿਲ੍ਹੇ ਦੇ ਤਲਵੰਡੀ ਪਿੰਡ ਵਿੱਚ ਪੈਦਾ ਹੋਏ, ਜਿਸ ਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਵੀ ਕਿਹਾ ਜਾਂਦਾ ਹੈ। ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ, ਸਾਰਾ ਵਾਤਾਵਰਨ ਸੰਗੀਤਮਈ ਹੋ ਗਿਆ ਤੇ ਚੰਨ ਵੀ ਪੂਰੇ ਜ਼ੋਬਨ ਉੱਤੇ ਸੀ। ਜਨਮ ਸਾਖੀਆਂ ਅਨੁਸਾਰ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਲਗਭਗ 33 ਕਰੋੜ ਦੇਵੀ ਦੇਵਤਿਆਂ ਨੇ ਇਸ ਬੱਚੇ ਦਾ ਸਵਾਗਤ ਕੀਤਾ। ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਂ ਤ੍ਰਿਪਤਾ ਸੀ ਅਤੇ ਪਿਤਾ ਦਾ ਨਾਮ ਮਹਿਤਾ ਕਾਲੂ ਸੀ। ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਵਿੱਚ ਕਿਸ ਤਰ੍ਹਾਂ ਨੌਕਰੀ ਕੀਤੀ? ਜਦੋਂ ਗੁਰੂ ਜੀ 20 ਸਾਲਾਂ ਦੇ ਹੋਏ ਤਾਂ ਉਹਨਾਂ ਦੇ ਪਿਤਾ ਨੇ ਮਹਿਸੂਸ ਕੀਤਾ ਕਿ ਨਾਨਕ ਦਾ ਸੰਸਾਰਿਕ ਕੰਮਾਂ ਵਿੱਚ ਕੋਈ ਦਿਲਚਸਪੀ ਨਹੀਂ ਹੈ, ਤਾਂ ਉਸਨੇ ਉਹਨਾਂ ਨੂੰ ਸੁਲਤਾਨਪੁਰ ਲੋਧੀ ਉਹਨਾਂ ਦੀ ਭੈਣ ਨਾਨਕੀ ਕੋਲ ਭੇਜ ਦਿੱਤਾ। ਉਹਨਾਂ ਦਾ ਜੀਜਾ ਜੈ ਰਾਮ ਨਵਾਬ ਦੌਲਤ ਖਾਂ ਕੋਲ ਉੱਚੇ ਅਹੁਦੇ 'ਤੇ ਲੱਗਿਆ ਸੀ। ਉਸਦੀ ਸਿਫਾਰਸ਼ 'ਤੇ ਨਾਨਕ ਨੂੰ ਮੋਦੀਖਾਨੇ ਵਿੱਚ ਨੌਕਰੀ ਮਿਲ ਗਈ। ਗੁਰੂ ਜੀ ਨੇ ਬੜੀ ਯੋਗਤਾ ਨਾਲ ਕੰਮ ਕੀਤਾ ਤੇ ਜੋ ਕੁਝ ਆਪਣੇ ਕੋਲ ਹੁੰਦਾ ਲੋੜਵੰਦਾਂ ਨੂੰ ਦੇ ਦਿੱਤਾ। ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸੰਖੇਪ ਵਿੱਚ ਲਿਖੋ। ਗੁਰੂ ਨਾਨਕ ਦੇਵ ਜੀ ਨੇ ਦੱਸਿਆ ਕਿ ਪਰਮਾਤਮਾ ਇੱਕ ਹੈ, ਉਸ ਨੂੰ ਵੰਡਿਆ ਨਹੀਂ ਜਾ ਸਕਦਾ। ਉਹਨਾਂ ਨੇ ਏਕ ਓਂਕਾਰ ਦਾ ਸੰਦੇਸ਼ ਦਿੱਤਾ। ਪਰਮਾਤਮਾ ਦੀ ਪ੍ਰਾਪਤੀ ਲਈ ਗੁਰੂ ਦਾ ਹੋਣਾ ਜ਼ਰੂਰੀ ਹੈ। ਉਹਨਾਂ ਨੇ ਮੂਰਤੀ ਪੂਜਾ ਦਾ ਵੀ ਖੰਡਨ ਕੀਤਾ। ਗੁਰੂ ਨਾਨਕ ਦੇਵ ਜੀ ਨੇ ਗ੍ਰਹਿਸਥ ਜੀਵਨ ਦਾ ਤਿਆਗ ਕਿਉਂ ਕੀਤਾ? ਜਦੋਂ ਗੁਰੂ ਜੀ ਨੂੰ ਗਿਆਨ ਦੀ ਪ੍ਰਾਪਤੀ ਹੋਈ ਤਾਂ ਉਹ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਦਾ ਉਚਾਰਨ ਕਰਦੇ ਰਹਿੰਦੇ। ਲੋਕ ਗੁਰੂ ਜੀ ਨੂੰ ਪਾਗਲ ਕਹਿਣ ਲੱਗੇ। ਇਸ ਤੋਂ ਬਾਅਦ ਗੁਰੂ ਜੀ ਆਪਣਾ ਗ੍ਰਹਿਸਥ ਜੀਵਨ ਛੱਡ ਕੇ ਇੱਕ ਸੰਨਿਆਸੀ ਦੇ ਰੂਪ ਵਿੱਚ ਸੰਸਾਰ ਦੀ ਯਾਤਰਾ ਲਈ ਨਿਕਲ ਪਏ। ਉਹਨਾਂ ਨੇ ਭਟਕੀ ਹੋਈ ਮਨੁੱਖੀ ਜਾਤੀ ਨੂੰ ਸਹੀ ਰਾਹ ਦਿਖਾਉਣ ਲਈ ਆਪਣੇ ਪ੍ਰਚਾਰ ਦਾ ਕੰਮ ਸ਼ੁਰੂ ਕੀਤਾ। ਉਹਨਾਂ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਅਨੇਕ ਲੋਕ ਉਹਨਾਂ ਦੇ ਅਨੁਯਾਈ ਬਣ ਗਏ। ਗੁਰੂ ਨਾਨਕ ਦੇਵ ਜੀ ਦੇ ਗੁਰੂ ਸੰਬੰਧੀ ਕੀ ਵਿਚਾਰ ਸਨ? ਗੁਰੂ ਜੀ ਨੇ ਪ੍ਰਭੂ ਦੀ ਪ੍ਰਾਪਤੀ ਲਈ ਗੁਰੂ ਦੀ ਲੋੜ 'ਤੇ ਜ਼ੋਰ ਦਿੱਤਾ। ਸੱਚੇ ਗੁਰੂ ਤੋਂ ਬਿਨਾਂ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰੂ ਹੀ ਮੁਕਤੀ ਤੱਕ ਜਾਣ ਵਾਲੀ ਪੌੜੀ ਹੈ। ਸੰਸਾਰ ਰੂਪੀ ਸਾਗਰ ਨੂੰ ਗੁਰੂ ਰੂਪੀ ਜਹਾਜ਼ ਵਿੱਚ ਸਵਾਰ ਹੋ ਕੇ ਪਾਰ ਕੀਤਾ ਜਾ ਸਕਦਾ ਹੈ। ਗੁਰੂ ਹੀ ਮਨੁੱਖ ਵਿੱਚ ਪ੍ਰੇਮ ਅਤੇ ਭਗਤੀ ਦੇ ਭਾਵ ਪੈਦਾ ਕਰਕੇ ਉਸਦੀ ਸੁੱਤੀ ਆਤਮਾ ਨੂੰ ਚੇਤਨ ਕਰਦਾ ਹੈ। ਕੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਲੋਕਾਂ ਵਿੱਚ ਚਰਿੱਤਰਹੀਨਤਾ ਦੀ ਘਾਟ ਸੀ? ਉਸ ਸਮੇਂ ਲੋਕ ਲੋਭੀ, ਸਵਾਰਥੀ ਅਤੇ ਭ੍ਰਿਸ਼ਟਾਚਾਰੀ ਹੋ ਚੁੱਕੇ ਸਨ। ਲੋਕਾਂ ਵਿੱਚ ਨੈਤਿਕਤਾ ਦੀ ਘਾਟ ਸੀ। ਹਿੰਦੂ ਤੇ ਮੁਸਲਮਾਨਾਂ ਦੇ ਸੰਬੰਧ ਚੰਗੇ ਨਹੀਂ ਸਨ। ਲੋਕਾਂ ਦੇ ਚਰਿੱਤਰ ਡਿੱਗ ਚੁੱਕੇ ਸਨ। ਨੈਤਿਕਤਾ ਦੇ ਨਿਯਮ ਤਾਂ ਸਨ, ਪਰ ਉਹਨਾਂ 'ਤੇ ਅਮਲ ਕੋਈ ਨਹੀਂ ਕਰਦਾ ਸੀ। ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕਿਉਂ ਕੀਤੀਆਂ ਜਾਂ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਮੰਤਵ ਕੀ ਸੀ? ਗਿਆਨ ਦੀ ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਗ੍ਰਹਿ ਤਿਆਗ ਦਿੱਤਾ। ਉਸ ਤੋਂ ਬਾਅਦ ਉਹ ਯਾਤਰਾਵਾਂ ਭਾਵ ਉਦਾਸੀਆਂ 'ਤੇ ਨਿਕਲ ਪਏ। ਉਹਨਾਂ ਦੀਆਂ ਉਦਾਸੀਆਂ ਦਾ ਉਦੇਸ਼ ਸੀ ਲੋਕਾਂ ਨੂੰ ਜਾਤ-ਪਾਤ, ਧਰਮ ਕਰਮ ਅਤੇ ਅੰਧ ਵਿਸ਼ਵਾਸਾਂ ਵਿੱਚੋਂ ਕੱਢ ਕੇ ਉਹਨਾਂ ਨੂੰ ਧਰਮ ਦਾ ਸਹੀ ਰਸਤਾ ਦਿਖਾਉਣਾ ਸੀ। ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਲਈ ਕਦੋਂ ਨਿਕਲੇ ਅਤੇ ਕਿਹੜੇ-ਕਿਹੜੇ ਸਥਾਨਾਂ 'ਤੇ ਗਏ? ਗੁਰੂ ਨਾਨਕ ਜੀ
ਗੁਰੂ ਨਾਨਕ ਦੇਵ ਜੀ ਨੇ 1499 ਤੋਂ 1512 ਈਸਵੀ ਤੱਕ ਪਹਿਲੀ ਉਦਾਸੀ ਕੀਤੀ। ਇਸ ਉਦਾਸੀ ਦੇ ਸਮੇਂ ਉਹ ਲਾਹੌਰ, ਸਿਆਲਕੋਟ, ਸੱਯਦਪੁਰ, ਤਾਲੂੰਬਾ, ਕੁਰੂਕਸ਼ੇਤਰ, ਬਨਾਰਸ, ਅਸਾਮ, ਹਰਿਦੁਆਰ ਅਤੇ ਜਗਨਨਾਥਪੁਰੀ ਆਦਿ ਥਾਵਾਂ 'ਤੇ ਹੁੰਦੇ ਹੋਏ ਦਿੱਲੀ, ਪਾਣੀਪਤ, ਨਾਨਕਮਤਾ ਅਤੇ ਗੋਰਖਮਤਾ ਆਦਿ ਥਾਵਾਂ 'ਤੇ ਵੀ ਗਏ। ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਨੂੰ ਕਿੰਨੇ ਭਾਗਾਂ ਵਿੱਚ ਵੰਡ ਸਕਦੇ ਹਾਂ? ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਨੂੰ 4 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਵੱਡਾ ਆਕਾਰੀ ਰਚਨਾਵਾਂ, ਲਘੂ ਆਕਾਰੀ ਰਚਨਾਵਾਂ, ਵਾਰ ਕਾਵਿ, ਫੁਟਕਲ ਰਚਨਾਵਾਂ। ਗੁਰੂ ਨਾਨਕ ਦੇਵ ਜੀ ਦੀ ਰਚਨਾ 12 ਮਾਹ ਦਾ ਸੰਖੇਪ ਵਰਣਨ ਕਰੋ। 12 ਮਾਹ ਗੁਰੂ ਜੀ ਦੀ ਸਭ ਤੋਂ ਉੱਤਮ ਰਚਨਾ ਹੈ। ਕੁਝ ਵਿਦਵਾਨਾਂ ਅਨੁਸਾਰ ਇਹ ਗੁਰੂ ਜੀ ਦੀ ਅੰਤਲੀ ਰਚਨਾ ਹੈ। ਇਸ ਬਾਣੀ ਦੀ ਰਚਨਾ ਦਾ ਮੁੱਖ ਕਾਰਨ ਪ੍ਰਭੂ ਬਿਰਹਾ ਹੈ। ਇਸ ਰਚਨਾ ਦੇ ਕੁੱਲ 17 ਪਦੇ ਹਨ, ਜਿਨ੍ਹਾਂ ਵਿੱਚੋਂ ਪਹਿਲੇ 4 ਨੂੰ ਭੂਮਿਕਾ ਕਿਹਾ ਜਾ ਸਕਦਾ ਹੈ। ਅਗਲੇ 12 ਵਿੱਚ ਹਰ ਮਹੀਨੇ ਦਾ ਕਰਮਵਾਰ ਵਰਣਨ ਹੈ ਅਤੇ ਆਖਰੀ ਵਿੱਚ ਗੁਰੂ ਜੀ ਨੇ ਆਪਣੇ ਦ੍ਰਿਸ਼ਟੀਕੋਣ ਬਿਆਨ ਕੀਤਾ ਹੈ। ਹਰੇਕ ਪਦੇ ਦੀਆਂ 6-6 ਤੁਕਾਂ ਹਨ। ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਤੇ ਕਿਹੜੀਆਂ-ਕਿਹੜੀਆਂ ਵਾਰਾਂ ਦੀ ਰਚਨਾ ਕੀਤੀ? ਗੁਰੂ ਨਾਨਕ ਦੇਵ ਜੀ ਨੇ 3 ਵਾਰਾਂ ਦੀ ਰਚਨਾ ਕੀਤੀ, ਜੋ ਕਿ ਹੇਠ ਲਿਖੀਆਂ ਹਨ। ਆਸਾ ਦੀ ਵਾਰ, ਮਾਝੂ ਦੀ ਵਾਰ, ਮਲਾਰ ਦੀ ਵਾਰ। ਆਸਾ ਦੀ ਵਾਰ 'ਤੇ ਕੁਝ ਸਤਰਾਂ ਲਿਖੋ। ਗੁਰੂ ਨਾਨਕ ਦੇਵ ਜੀ ਨੇ 3 ਅਧਿਆਤਮਿਕ ਵਾਰਾਂ ਦੀ ਰਚਨਾ ਕੀਤੀ। ਆਸਾ ਦੀ ਵਾਰ ਉਹਨਾਂ ਵਿੱਚੋਂ ਇੱਕ ਹੈ। ਇਸ ਵਾਰ ਵਿੱਚ ਗੁਰੂ ਜੀ ਨੇ ਆਪਣੇ ਅਧਿਆਤਮਿਕ ਵਿਚਾਰਾਂ ਦੇ ਨਾਲ-ਨਾਲ ਉਸ ਸਮੇਂ ਦੀ ਸਮਾਜਿਕ ਅਤੇ ਧਾਰਮਿਕ ਹਾਲਤ ਵੀ ਚਾਨਣਾ ਪਾਇਆ ਹੈ। ਇਸ ਵਾਰ ਦੀਆਂ 24 ਪੌੜੀਆਂ ਹਨ। ਇਸ ਵਾਰ ਵਿੱਚ ਗੁਰੂ ਨਾਨਕ ਦੇਵ ਜੀ ਦੇ 88 ਸ਼ਲੋਕ ਹਨ ਅਤੇ 15 ਸ਼ਲੋਕ ਗੁਰੂ ਰਾਮਦਾਸ ਜੀ ਦੇ ਦਰਜ ਹਨ। ਗੁਰਗੱਦੀ ਦੀ ਚੋਣ ਕਿਸ ਤਰ੍ਹਾਂ ਹੁੰਦੀ ਹੈ? ਗੁਰਗੱਦੀ ਜ਼ਰੂਰੀ ਨਹੀਂ ਸੀ ਕਿ ਸੰਤਾਨ ਨੂੰ ਹੀ ਦਿੱਤੀ ਜਾਵੇ। ਜਿਵੇਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਗੁਰਗੱਦੀ ਵੱਡੇ ਪੁੱਤਰ ਨੂੰ ਨਾ ਦੇ ਕੇ ਭਾਈ ਲਹਿਣੇ ਨੂੰ ਦਿੱਤੀ ਗਈ। ਗੁਰੂ ਨਾਨਕ ਦੇਵ ਜੀ ਨੇ ਗੁਰਗੱਦੀ ਦੇਣ ਸਮੇਂ ਆਪਣੇ ਪੁੱਤਰਾਂ ਨੂੰ ਯੋਗ ਨਾ ਸਮਝਿਆ, ਸਗੋਂ ਭਾਈ ਲਹਿਣੇ ਨੂੰ ਅਨਿੰਨ ਸੇਵਕ ਜਾਣ ਕੇ ਗੁਰਗੱਦੀ ਦਿੱਤੀ। ਗੁਰਿਆਈ ਉਸ ਨੂੰ ਦਿੱਤੀ ਜਾਂਦੀ ਸੀ ਜਿਸ ਨੂੰ ਇਸ ਦੇ ਯੋਗ ਸਮਝਿਆ ਜਾਂਦਾ ਸੀ ਜਾਂ ਜੋ ਪੂਰਾ ਕਸੌਟੀ 'ਤੇ ਉਤਰਦਾ ਸੀ। ਨਗਰਾਂ ਦੀ ਉਸਾਰੀ ਵਿੱਚ ਗੁਰਗੱਦੀ ਦਾ ਕੀ ਯੋਗਦਾਨ ਹੈ? ਸਿੱਖ ਧਰਮ ਵਿੱਚ ਪ੍ਰਚਲਿਤ ਗੁਰਗੱਦੀ ਦੀ ਪਰੰਪਰਾ ਦੀ ਦੇਣ ਹੀ ਹੈ ਕਿ ਨਵੇਂ ਨਗਰਾਂ ਦੀ ਉਸਾਰੀ ਹੋਈ। ਗੋਇੰਦਵਾਲ, ਅੰਮ੍ਰਿਤਸਰ, ਤਰਨਤਾਰਨ, ਛੇਹਰਟਾ, ਅਨੰਦਪੁਰ ਸਾਹਿਬ, ਕਰਤਾਰਪੁਰ, ਕੀਰਤਪੁਰ ਸਾਹਿਬ ਨਵੇਂ ਨਗਰਾਂ ਦੀ ਉਸਾਰੀ ਗੁਰਗੱਦੀ ਦੇ ਬਿਰਾਜਮਾਨ ਗੁਰੂ ਸਾਹਿਬਾਂ ਨੇ ਹੀ ਕੀਤੀ ਸੀ। ਖਾਲਸੇ ਦੀ ਸਥਾਪਨਾ ਵਿੱਚ ਗੁਰਗੱਦੀ ਦੀ ਕੀ ਦੇਣ ਹੈ? ਖਾਲਸੇ ਦੀ ਸਥਾਪਨਾ ਤੋਂ ਬਾਅਦ ਸਿੱਖ ਕੌਮ ਮਜ਼ਬੂਤ ਤੇ ਸ਼ਕਤੀਸ਼ਾਲੀ ਕੌਮ ਬਣ ਗਈ। ਇਹ ਕੌਮ ਗੁਰਗੱਦੀ ਪ੍ਰਾਪਤ ਮਹਾਨ ਵਿਅਕਤੀ ਹੀ ਕਰ ਸਕਦਾ ਸੀ। ਖਾਲਸੇ ਦੀ ਸਿਰਜਣਾ ਦੁਨੀਆ ਦੇ ਇਤਿਹਾਸ ਵਿੱਚ ਦਿਲ ਹਿਲਾਊ ਕਦਮ ਸੀ। ਸੰਗਤ ਦਾ ਕੀ ਅਰਥ ਹੈ? ਸਤੀ ਸੰਗਤ ਤੋਂ ਭਾਵ ਹੈ ਗੁਰਸਿੱਖਾਂ ਦਾ ਇਕੱਠ, ਜਿੱਥੇ ਉਸ ਅਕਾਲ ਪੁਰਖ ਦੀ ਮਹਿਮਾ ਇਕੱਠੇ ਬੈਠ ਕੇ ਗਾਈ ਤੇ ਸੁਣੀ ਜਾਂਦੀ ਹੋਵੇ। ਸੰਗਤ ਵਿੱਚ ਕੋਈ ਵੀ ਇਸਤਰੀ ਜਾਂ ਪੁਰਖ ਬਿਨਾਂ ਕਿਸੇ ਜਾਤੀ, ਨਸਲ, ਅਮੀਰ ਗਰੀਬ ਦੇ ਵਿਤਕਰੇ ਤੋਂ ਸ਼ਾਮਿਲ ਹੋ ਸਕਦਾ ਹੈ। ਇਸ ਮਹੱਤਵਪੂਰਨ ਸੰਸਥਾ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਖੇ ਰੱਖੀ। ਪੰਗਤ ਤੋਂ ਕੀ ਭਾਵ ਹੈ? ਪੰਗਤ ਤੋਂ ਭਾਵ ਹੈ ਕਿ ਹਰ ਕੋਈ ਇਸਤਰੀ ਜਾਂ ਪੁਰਖ ਬਿਨਾਂ ਕਿਸੇ ਭੇਦਭਾਵ, ਅਮੀਰ ਗਰੀਬ ਸਭ ਇੱਕੋ ਜਗ੍ਹਾ ਇਕੱਠੇ ਬੈਠ ਕੇ ਇੱਕ ਰਸੋਈ ਵਿੱਚ ਤਿਆਰ ਭੋਜਨ ਛਕਦੇ ਹਨ। ਹਰ ਕਿਸੇ ਨੂੰ ਸੇਵਾ ਦਾ ਬਰਾਬਰ ਅਧਿਕਾਰ ਹੈ। ਇਸ ਸੰਸਥਾ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿੱਚ ਕੀਤੀ ਸੀ। ਸਿੱਖ ਪੰਥ ਦੇ ਵਿਕਾਸ ਵਿੱਚ ਪੰਗਤ ਦਾ ਬਹੁਤ ਯੋਗਦਾਨ ਹੈ। ਗੁਰੂ ਅੰਗਦ ਦੇਵ ਜੀ ਦੇ ਸਮੇਂ ਲੰਗਰ ਜਾਂ ਪੰਗਤ ਦੀ ਪ੍ਰਥਾ ਬਾਰੇ ਲਿਖੋ। ਗੁਰੂ ਅੰਗਦ ਦੇਵ ਜੀ ਨੇ ਲੰਗਰ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਆਪਣੀ ਧਰਮ ਪਤਨੀ ਬੀਬੀ ਖੀਵੀ ਜੀ ਨੂੰ ਸੌਂਪੀ ਹੋਈ ਸੀ। ਜਿਹੜੇ ਲੋਕ ਗੁਰੂ ਦਰਸ਼ਨਾਂ ਲਈ ਆਉਂਦੇ ਸਨ, ਉਹਨਾਂ ਨੂੰ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਪੈਂਦਾ ਸੀ। ਇਸ ਤੋਂ ਇਲਾਵਾ ਯਾਤਰੀਆਂ, ਗਰੀਬਾਂ ਤੇ ਅਪਾਹਿਜਾਂ ਨੂੰ ਵੀ ਲੰਗਰ ਛਕਾਇਆ ਜਾਂਦਾ ਸੀ। ਲੰਗਰ ਦਾ ਸਾਰਾ ਖਰਚ ਗੁਰੂ ਘਰ ਦੇ ਸ਼ਰਧਾਲੂਆਂ ਵੱਲੋਂ ਚੜ੍ਹਾਈਆਂ ਭੇਟਾਂ ਵਿੱਚੋਂ ਹੀ ਚਲਾਇਆ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ?
ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਨੂੰ 3 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ ਕਾਲ 1469 ਤੋਂ 1499 ਤੱਕ ਦਾ ਹੈ। ਪਹਿਲਾ ਕਾਲ 1469 ਤੋਂ 1499 ਤੱਕ ਦਾ ਹੈ। ਇਹ ਕਾਲ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ ਉਹਨਾਂ ਦੇ ਗਿਆਨ ਹਾਸਲ ਕਰਨ ਦੀਆਂ ਘਟਨਾਵਾਂ ਨਾਲ ਸੰਬੰਧਿਤ ਹੈ। ਦੂਜਾ ਕਾਲ 1499 ਤੋਂ 1521 ਤੱਕ ਦਾ ਹੈ। ਇਹ ਕਾਲ ਗੁਰੂ ਜੀ ਦੀਆਂ ਉਦਾਸੀਆਂ ਨਾਲ ਸੰਬੰਧਿਤ ਹੈ। ਤੀਜਾ ਕਾਲ 1521 ਤੋਂ 1539 ਤੱਕ ਦਾ ਹੈ। ਇਹ ਕਾਲ ਗੁਰੂ ਜੀ ਦੇ ਟੱਬਰ ਨਾਲ ਕਰਤਾਰਪੁਰ ਵਿਖੇ ਨਿਵਾਸ ਅਤੇ ਸਿੱਖ ਪੰਥ ਦੀ ਤਰੱਕੀ ਲਈ ਕੀਤੇ ਗਏ ਕੰਮਾਂ ਨਾਲ ਸੰਬੰਧਿਤ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਮਾਤਾ ਪਿਤਾ ਬਾਰੇ ਤੁਸੀਂ ਕੀ ਜਾਣਦੇ ਹੋ? ਲਾਹੌਰ ਜ਼ਿਲ੍ਹੇ ਦੇ ਤਲਵੰਡੀ ਪਿੰਡ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਨੂੰ ਹੋਇਆ। ਇਸ ਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਆਖਦੇ ਹਨ, ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਸਿੱਖ ਧਰਮ ਦੀਆਂ ਪ੍ਰਸਿੱਧ ਸਾਖੀਆਂ ਮੁਤਾਬਕ ਉਹਨਾਂ ਦਾ ਜਨਮ ਰਾਤ ਨੂੰ 1 ਵਜੇ ਹੋਇਆ ਸੀ। ਉਸ ਸਮੇਂ ਚੰਨ ਪੂਰੇ ਜ਼ੋਬਨ 'ਤੇ ਸੀ ਤੇ ਸਾਰਾ ਮਾਹੌਲ ਸੰਗੀਤ ਨਾਲ ਗੂੰਜ ਉੱਠਿਆ ਸੀ। ਲਗਭਗ 33 ਕਰੋੜ ਦੇਵੀ ਦੇਵਤਿਆਂ ਨੇ ਇਸ ਰੱਬੀ ਰੂਪ ਦਾ ਅਵਤਾਰ ਧਾਰਨ ਕਰਨ 'ਤੇ ਸਵਾਗਤ ਕੀਤਾ। ਬੱਚੇ ਦੇ ਮੁੱਖ 'ਤੇ ਅਦਭੁਤ ਚਮਕ ਸੀ। ਉਹਨਾਂ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਅਤੇ ਮਾਤਾ ਦਾ ਨਾਮ ਤ੍ਰਿਪਤਾ ਸੀ। ਗੁਰੂ ਨਾਨਕ ਦੇਵ ਜੀ ਦੀ ਜਨੇਊ ਦੀ ਰਸਮ ਦਾ ਜ਼ਿਕਰ ਕਰੋ। ਅਜੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਚੱਲ ਰਹੀ ਸੀ ਕਿ ਉਹਨਾਂ ਨੂੰ ਜਨੇਊ ਪਹਿਨਾਉਣ ਦਾ ਫੈਸਲਾ ਕੀਤਾ ਗਿਆ। ਜਦੋਂ ਪੰਡਤ ਮੰਤਰ ਪੜ੍ਹ ਕੇ ਜਨੇਊ ਗੁਰੂ ਜੀ ਦੇ ਗਲ ਪਾਉਣ ਲੱਗਾ ਤਾਂ ਗੁਰੂ ਜੀ ਨੇ ਸਾਫ਼ ਇਨਕਾਰ ਕਰ ਦਿੱਤਾ। ਪੰਡਤ ਨੇ ਗੁਰੂ ਜੀ ਨੂੰ ਕਿਹਾ ਕਿ ਇਸ ਨੂੰ ਗ੍ਰਹਿਣ ਕਰਨ ਤੋਂ ਬਿਨਾਂ ਕੋਈ ਵੀ ਮਨੁੱਖ ਪਵਿੱਤਰ ਨਹੀਂ ਹੋ ਸਕਦਾ। ਗੁਰੂ ਨਾਨਕ ਦੇਵ ਜੀ ਦੇ ਵੱਖ-ਵੱਖ ਕਿੱਤਿਆਂ ਬਾਰੇ ਤੁਸੀਂ ਕੀ ਜਾਣਦੇ ਹੋ? ਪੜ੍ਹਾਈ ਕਰਨ ਤੋਂ ਬਾਅਦ ਗੁਰੂ ਜੀ ਨੇ ਪਸ਼ੂ ਚਰਾਉਣੇ ਸ਼ੁਰੂ ਕਰ ਦਿੱਤੇ, ਪਰ ਉਹ ਇੱਕ ਦਿਨ ਪ੍ਰਭੂ ਭਗਤੀ ਵਿੱਚ ਇੰਨੇ ਲੀਨ ਹੋ ਗਏ ਕਿ ਪਸ਼ੂਆਂ ਨੇ ਆਲੇ ਦੁਆਲੇ ਦੇ ਖੇਤਾਂ ਦਾ ਉਜਾੜਾ ਕਰ ਦਿੱਤਾ। ਇਸ ਤੋਂ ਬਾਅਦ ਉਹਨਾਂ ਨੂੰ ਖੇਤੀ ਦੇ ਧੰਦੇ ਵਿੱਚ ਲਗਾਇਆ ਗਿਆ, ਪਰ ਉਹਨਾਂ ਨੇ ਇਸ ਕੰਮ ਵਿੱਚ ਵੀ ਕੋਈ ਰੁਚੀ ਨਾ ਦਿਖਾਈ। ਇਸ ਤੋਂ ਬਾਅਦ ਉਹਨਾਂ ਨੂੰ ਵਪਾਰ ਕਰਨ ਲਈ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ, ਪਰ ਗੁਰੂ ਜੀ ਨੇ ਇਹਨਾਂ ਪੈਸਿਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਖਵਾ ਕੇ ਵਾਪਸ ਮੁੜ ਆਏ। ਇਸ ਤੋਂ ਬਾਅਦ ਉਹਨਾਂ ਨੇ ਸੁਲਤਾਨਪੁਰ ਲੋਧੀ ਵਿੱਚ ਮੋਦੀਖਾਨੇ ਵਿੱਚ ਭੰਡਾਰੀ ਦੀ ਚਾਕਰੀ ਵੀ ਕੀਤੀ। ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਵਿੱਚ ਨੌਕਰੀ ਦਾ ਵਰਣਨ। ਮਹਿਤਾ ਕਾਲੂ ਨੇ ਅਨੁਭਵ ਕਰ ਲਿਆ ਸੀ ਕਿ ਨਾਨਕ ਦੀ ਦੁਨਿਆਵੀ ਕੰਮਾਂ ਵਿੱਚ ਕੋਈ ਦਿਲਚਸਪੀ ਨਹੀਂ ਹੈ। ਜਦੋਂ ਗੁਰੂ ਜੀ 20 ਸਾਲ ਦੇ ਹੋਏ ਤਾਂ ਉਹਨਾਂ ਨੂੰ ਉਹਨਾਂ ਦੇ ਜੀਜੇ ਜੈ ਰਾਮ ਕੋਲ ਸੁਲਤਾਨਪੁਰ ਲੋਧੀ ਭੇਜ ਦਿੱਤਾ ਗਿਆ। ਜੈ ਰਾਮ ਦੌਲਤ ਖਾਂ ਲੋਧੀ ਇੱਕ ਉੱਚ ਕਰਮਚਾਰੀ ਸੀ। ਉਸ ਦੀ ਸਿਫਾਰਿਸ਼ 'ਤੇ ਆਪ ਜੀ ਨੂੰ ਮੋਦੀਖਾਨੇ ਵਿੱਚ ਨੌਕਰੀ ਮਿਲ ਗਈ। ਉੱਥੇ ਗੁਰੂ ਜੀ ਨੇ ਬਹੁਤ ਲਗਨ ਨਾਲ ਕੰਮ ਕੀਤਾ। ਗੁਰੂ ਜੀ ਨੂੰ ਜੋ ਕੁਝ ਹਾਸਲ ਹੁੰਦਾ ਉਹ ਜ਼ਰੂਰਤਮੰਦਾਂ ਵਿੱਚ ਵੰਡ ਦਿੰਦੇ। ਗੁਰੂ ਨਾਨਕ ਦੇਵ ਜੀ ਦੇ ਅਕਾਲ ਪੁਰਖ ਜਾਂ ਪਰਮਾਤਮਾ ਬਾਰੇ ਕੀ ਵਿਚਾਰ ਸਨ? ਪਰਮਾਤਮਾ ਇੱਕ ਹੈ। ਪਰਮਾਤਮਾ ਨਿਰਾਕਾਰ ਤੇ ਸਰਵਉੱਚ ਹੈ। ਪਰਮਾਤਮਾ ਸਰਵਵਿਆਪੀ ਤੇ ਸਰਵ ਸ਼ਕਤੀਮਾਨ ਹੈ। ਪਰਮਾਤਮਾ ਸਰਵੋਤਮ ਹੈ। ਪਰਮਾਤਮਾ ਦਿਆਲੂ ਹੈ। ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਜਾਂ ਅਕਾਲ ਪੁਰਖ ਇੱਕ ਹੈ, ਸਪਸ਼ਟ ਕਰੋ। ਗੁਰੂ ਨਾਨਕ ਦੇਵ ਜੀ ਨੇ ਦੱਸਿਆ ਕਿ ਪਰਮਾਤਮਾ ਇੱਕ ਹੈ, ਉਸ ਨੂੰ ਵੰਡਿਆ ਨਹੀਂ ਜਾ ਸਕਦਾ। ਉਹਨਾਂ ਨੇ ਏਕ ਓਂਕਾਰ ਦਾ ਸੰਦੇਸ਼ ਦਿੱਤਾ। ਗੁਰੂ ਜੀ ਦੇ ਸਮੇਂ ਹਿੰਦੂ ਬਹੁਤ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸਨ ਅਤੇ ਮੁਸਲਮਾਨ ਮੁਹੰਮਦ ਨੂੰ ਅੱਲਾ ਦਾ ਦੂਤ ਮੰਨ ਕੇ ਉਸ ਦੀ ਪੂਜਾ ਕਰਦੇ ਸਨ। ਹਿੰਦੂਆਂ ਵਿੱਚ ਅਵਤਾਰਵਾਦ ਦੀ ਪ੍ਰਥਾ ਕਾਫੀ ਵੱਡੇ ਪੈਮਾਨੇ 'ਤੇ ਪ੍ਰਸਿੱਧ ਸੀ, ਪਰ ਗੁਰੂ ਜੀ ਨੇ ਇਸ ਅਵਤਾਰਵਾਦ ਨੂੰ ਮੰਨਣ ਤੋਂ ਮਨ੍ਹਾ ਕਰ ਦਿੱਤਾ। ਉਹਨਾਂ ਨੇ ਰਾਮ, ਕ੍ਰਿਸ਼ਨ, ਬੁੱਧ, ਮੁਹੰਮਦ ਆਦਿ ਨੂੰ ਪਰਮਾਤਮਾ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਕੀ ਪਰਮਾਤਮਾ ਨਿਰਾਕਾਰ ਅਤੇ ਸਰਵਉੱਚ ਹੈ? ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਨਿਰਾਕਾਰ ਹੈ। ਉਸ ਦਾ ਕੋਈ ਆਕਾਰ ਨਹੀਂ ਹੈ, ਉਸ ਦਾ ਕੋਈ ਰੂਪ ਨਹੀਂ ਹੈ। ਪਰਮਾਤਮਾ ਸਰਵਉੱਚ ਅਤੇ ਅਕਾਲ ਮੂਰਤ ਹੈ। ਇਸ ਲਈ ਉਸ ਦੀ ਮੂਰਤੀ ਬਣਾ ਕੇ ਪੂਜਾ ਕਰਨਾ ਕਿਸੇ ਪੱਖੋਂ ਵੀ ਸਹੀ ਨਹੀਂ ਹੈ। ਕਰਮ ਸਿਧਾਂਤ ਬਾਰੇ ਗੁਰੂ ਜੀ ਦੇ ਕੀ ਵਿਚਾਰ ਸੀ? ਗੁਰੂ ਜੀ ਦਾ ਜਨਮ ਮਰਨ ਦੇ ਸਿਧਾਂਤ 'ਤੇ ਪੂਰਾ ਵਿਸ਼ਵਾਸ ਸੀ। ਉਹਨਾਂ ਦਾ ਵਿਚਾਰ ਸੀ ਕਿ ਮਨੁੱਖ ਆਪਣੇ ਕਰਮਾਂ ਕਰਕੇ ਵਾਰ-ਵਾਰ ਜਨਮ ਲੈਂਦਾ ਹੈ ਅਤੇ ਵਾਰ-ਵਾਰ ਉਸ ਦੀ ਮੌਤ ਹੁੰਦੀ ਹੈ।
ਉਹਨਾਂ ਦਾ ਵਿਚਾਰ ਸੀ ਕਿ ਮਨੁੱਖ ਨੂੰ ਆਪਣੇ ਬੁਰੇ ਕਰਮਾਂ ਦਾ ਫਲ ਭੁਗਤਣ ਲਈ ਹੀ ਵਾਰ-ਵਾਰ ਜਿਉਣਾ ਮਰਨਾ ਪੈਂਦਾ ਹੈ, ਪਰ ਸ਼ੁਭ ਕਰਮ ਕਰਨ ਵਾਲਾ ਵਿਅਕਤੀ ਜਨਮ ਮਰਨ ਦੇ ਚੱਕਰ ਤੋਂ ਆਜ਼ਾਦ ਹੋ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਗ੍ਰਸਤ ਜੀਵਨ 'ਤੇ ਜ਼ੋਰ ਕਿਉਂ ਦਿੱਤਾ? ਗੁਰੂ ਜੀ ਘਰੇਲੂ ਜੀਵਨ 'ਤੇ ਬਹੁਤ ਜ਼ਿਆਦਾ ਜ਼ੋਰ ਦਿੰਦੇ ਸਨ। ਉਹ ਇਹ ਮੰਨਣ ਲਈ ਤਿਆਰ ਨਹੀਂ ਸਨ ਕਿ ਇਹ ਦੁਨੀਆ ਇੱਕ ਮਾਇਆ ਜਾਲ ਹੈ ਅਤੇ ਇਸ ਦਾ ਤਿਆਗ ਕੀਤੇ ਬਿਨਾਂ ਮੁਕਤੀ ਹਾਸਲ ਨਹੀਂ ਹੋ ਸਕਦੀ। ਉਹਨਾਂ ਦਾ ਵਿਚਾਰ ਸੀ ਕਿ ਦੁਨੀਆ ਵਿੱਚ ਰਹਿ ਕੇ ਹੀ ਮਨੁੱਖ ਨੂੰ ਪਵਿੱਤਰ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ। ਉਹ ਆਖਦੇ ਸਨ ਕਿ ਸੰਨਿਆਸੀ ਬਣਨ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ, ਇਸ ਲਈ ਮਨੁੱਖ ਨੂੰ ਜਗਤ ਨੂੰ ਛੱਡ ਕੇ ਸੰਨਿਆਸੀ ਬਣਨ ਦਾ ਕੋਈ ਫਾਇਦਾ ਨਹੀਂ ਹੈ, ਬਲਕਿ ਉਸਨੂੰ ਉਹਨਾਂ ਦਾ ਵਿਸ਼ਵਾਸ ਸੀ ਕਿ ਗ੍ਰਹਿਸਥ ਜੀਵਨ ਹੀ ਸਹੀ ਹੈ। ਜਾਤੀ ਪ੍ਰਥਾ ਬਾਰੇ ਗੁਰੂ ਨਾਨਕ ਦੇਵ ਜੀ ਦੇ ਕੀ ਵਿਚਾਰ ਸਨ? ਗੁਰੂ ਜੀ ਜਾਤੀ ਪ੍ਰਥਾ ਦੇ ਸਖਤ ਖਿਲਾਫ ਸਨ। ਉਹਨਾਂ ਦੀ ਦ੍ਰਿਸ਼ਟੀ ਵਿੱਚ ਨਾ ਕੋਈ ਉੱਚਾ ਸੀ ਤੇ ਨਾ ਕੋਈ ਨੀਵਾਂ, ਨਾ ਕੋਈ ਹਿੰਦੂ ਸੀ ਤੇ ਨਾ ਕੋਈ ਮੁਸਲਮਾਨ। ਉਹਨਾਂ ਦਾ ਵਿਚਾਰ ਸੀ ਕਿ ਸਾਰੇ ਵਰਗਾਂ ਵਿੱਚ ਮੌਲਿਕ ਏਕਤਾ ਅਤੇ ਸਮਾਨਤਾ ਹੈ। ਇਸ ਲਈ ਉਹਨਾਂ ਦੇ ਜਨਮ ਦੇ ਆਧਾਰ 'ਤੇ ਕਿਸੇ ਮਨੁੱਖ ਨੂੰ ਉੱਚਾ ਜਾਂ ਨੀਵਾਂ ਮੰਨਣ ਤੋਂ ਮਨ੍ਹਾ ਕਰ ਦਿੱਤਾ। ਸਮਾਜ ਸੇਵੀ ਸੰਬੰਧੀ ਗੁਰੂ ਨਾਨਕ ਦੇਵ ਜੀ ਦੇ ਕੀ ਵਿਚਾਰ ਸਨ? ਗੁਰੂ ਜੀ ਦਾ ਵਿਚਾਰ ਸੀ ਕਿ ਜੋ ਵਿਅਕਤੀ ਪਰਮਾਤਮਾ ਦੀ ਪ੍ਰਾਪਤੀ ਵਿੱਚ ਕਾਮਯਾਬ ਨਹੀਂ ਹੋ ਸਕਦਾ, ਉਹਨਾਂ ਨੇ ਆਪਣੇ ਸ਼ਰਧਾਲੂਆਂ ਨੂੰ ਆਖਿਆ ਕਿ ਉਹ ਨਿਰਸੁਆਰਥ ਭਾਵਨਾ ਨਾਲ ਸਮਾਜ ਸੇਵਾ ਦਾ ਫਰਜ਼ ਪੂਰਾ ਕਰਨ। ਉਹਨਾਂ ਦਾ ਕਥਨ ਸੀ ਕਿ ਮਨੁੱਖਤਾ ਪ੍ਰਤੀ ਪ੍ਰੇਮ ਪਰਮਾਤਮਾ ਪ੍ਰਤੀ ਪ੍ਰੇਮ ਦਾ ਚਿੰਨ੍ਹ ਹੈ। ਜੋ ਮਨੁੱਖ ਦੂਜੇ ਮਨੁੱਖ ਨਾਲ ਪਿਆਰ ਕਰਦਾ ਹੈ, ਅਸਲ ਵਿੱਚ ਉਹੀ ਪਰਮਾਤਮਾ ਨੂੰ ਪਿਆਰ ਕਰਦਾ ਹੈ। ਨੈਤਿਕ ਜੀਵਨ ਬਾਰੇ ਗੁਰੂ ਨਾਨਕ ਦੇਵ ਜੀ ਦੇ ਕੀ ਵਿਚਾਰ ਸਨ? ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਨੈਤਿਕ ਜੀਵਨ ਗੁਜ਼ਾਰਨ ਲਈ ਪ੍ਰੇਰਿਆ। ਉਹਨਾਂ ਅਨੁਸਾਰ ਆਦਰਸ਼ ਨੈਤਿਕ ਜੀਵਨ ਦੇ ਮੁੱਖ ਸਿਧਾਂਤ ਇਸ ਤਰ੍ਹਾਂ ਸਨ: ਸਦਾ ਸੱਚ ਬੋਲੋ, ਚੋਰੀ ਨਾ ਕਰੋ, ਕਿਸੇ ਦਾ ਹੱਕ ਨਾ ਮਾਰੋ, ਕਿਸੇ 'ਤੇ ਜ਼ੁਲਮ ਨਾ ਕਰੋ ਤੇ ਨਾ ਹੀ ਕਿਸੇ ਨੂੰ ਕਰਨ ਦਿਓ, ਇਮਾਨਦਾਰੀ ਨਾਲ ਜੀਵਨ ਬਸਰ ਕਰੋ, ਦੂਜਿਆਂ ਦੀਆਂ ਭਾਵਨਾਵਾਂ ਨੂੰ ਕਦੇ ਠੇਸ ਨਾ ਪਹੁੰਚਾਓ, ਆਪਣਾ ਜੀਵਨ ਉੱਚਾ ਸੁੱਚਾ ਬਣਾਓ। ਸਿੱਖ ਧਰਮ ਵਿੱਚ ਗੁਰੂ ਦਾ ਕੀ ਅਰਥ ਹੈ? ਭਾਰਤੀ ਸੱਭਿਆਚਾਰ ਵਿੱਚ ਗੁਰੂ ਦੀ ਖਾਸੀਅਤ ਵੈਦਿਕ ਸਮੇਂ ਤੋਂ ਚੱਲੀ ਆ ਰਹੀ ਹੈ। ਗੁਰੂ ਨੂੰ ਧਰਮ ਦਾ ਉਪਦੇਸ਼ਕ ਅਤੇ ਗਿਆਨਦਾਤਾ ਸਮਝਿਆ ਗਿਆ ਹੈ। ਸਿੱਖ ਧਰਮ ਵਿੱਚ ਗੁਰੂ ਦਾ ਮਹੱਤਵ ਆਪਣੇ ਨਵੇਂ ਅਤੇ ਵੱਖਰੇ ਪ੍ਰਸੰਗ ਵਿੱਚ ਆਇਆ ਹੈ। ਸਿੱਖ ਧਰਮ ਨੂੰ ਮੰਨਣ ਵਾਲਾ ਸਿੱਖ ਕਹਿਲਾਉਂਦਾ ਹੈ ਅਤੇ ਗੁਰੂ ਤੋਂ ਬਿਨਾਂ ਸਿੱਖ ਦਾ ਵਜੂਦ ਆਸਾਨ ਨਹੀਂ ਹੈ। ਇਸ ਤਰ੍ਹਾਂ ਸਿੱਖ ਧਰਮ ਵਿੱਚ ਗੁਰੂ ਸਿੱਖ ਨੂੰ ਪਰਮਾਤਮਾ ਨਾਲ ਮਿਲਾਉਣ ਦਾ ਵਿਚੋਲਾ ਹੀ ਨਹੀਂ, ਬਲਕਿ ਇੱਕ ਆਦਰਸ਼ਕ ਰੋਲ ਮਾਡਲ ਤੇ ਮਾਰਗਦਰਸ਼ਕ ਹੈ। ਗੁਰੂ ਤੇ ਉਸਤਾਦ ਵਿੱਚ ਅੰਤਰ ਸਪਸ਼ਟ ਕਰੋ। ਸਧਾਰਨ ਤੌਰ 'ਤੇ ਗੁਰੂ ਤੇ ਉਸਤਾਦ ਨੂੰ ਇੱਕ ਹੀ ਮੰਨਿਆ ਜਾਂਦਾ ਹੈ, ਪਰ ਅਧਿਆਤਮਕ ਪੱਖ ਤੋਂ ਇਹਨਾਂ ਦੋਨਾਂ ਵਿੱਚ ਫਰਕ ਦੇਖਣ ਨੂੰ ਮਿਲਦਾ ਹੈ। ਉਸਤਾਦ ਉਹ ਵਿਅਕਤੀ ਹੈ ਜੋ ਕਿਸੇ ਕੰਮ ਨੂੰ ਕਰਨ ਦੇ ਗੁਣਾਂ ਵਿੱਚ ਨਿਪੁੰਨ ਹੋਵੇ। ਇਸੇ ਦ੍ਰਿਸ਼ਟੀਕੋਣ ਤੋਂ ਗੁਰੂ ਸ਼ਬਦ ਕਈ ਵਾਰ ਅਧਿਆਤਮਕ ਦੇ ਪ੍ਰਸੰਗ ਵਿੱਚ ਵੀ ਉਪਯੋਗ ਕੀਤਾ ਜਾਂਦਾ ਹੈ। ਧਾਰਮਿਕ ਦ੍ਰਿਸ਼ਟੀਕੋਣ ਤੋਂ ਗੁਰੂ ਰੂਹਾਨੀ ਨਿਰਦੇਸ਼ਕ ਅਤੇ ਉਪਦੇਸ਼ਕ ਹੁੰਦਾ ਹੈ। ਮੁੱਢਲੇ ਸਮੇਂ ਵਿੱਚ ਰਿਸ਼ੀ, ਮੁਨੀ, ਪੰਡਤ ਅਤੇ ਆਚਾਰਿਆਂ ਤੋਂ ਬਿਨਾਂ ਜੀਵਨ ਦੀ ਅਗਵਾਈ ਕਰਨ ਵਾਲੇ ਪਥ ਪ੍ਰਦਰਸ਼ਕਾਂ ਲਈ ਗੁਰੂ ਪਦ ਦਾ ਉਪਯੋਗ ਕੀਤਾ ਗਿਆ ਹੈ। ਗੁਰੂ ਸ਼ਬਦ ਤੋਂ ਕੀ ਭਾਵ ਹੈ? ਗੁਰੂ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਗ੍ਰੀ ਧਾਤੂ ਤੋਂ ਉਪਜਿਆ ਹੈ, ਜਿਸ ਦਾ ਅਰਥ ਹੈ ਨਿਗਲ ਜਾਣਾ, ਖਾ ਜਾਣਾ ਅਤੇ ਸਮਝਾਉਣਾ। ਗੁਰੂ ਅਗਿਆਨ ਰੂਪੀ ਹਨੇਰੇ ਨੂੰ ਖਾ ਜਾਂਦਾ ਹੈ। ਸਿੱਖ ਧਰਮ ਵਿੱਚ ਭਾਈ ਵੀਰ ਸਿੰਘ ਜੀ ਗੁਰੂ ਸ਼ਬਦ ਦੀ ਵਿਆਖਿਆ ਕਰਦੇ ਹੋਏ ਗੁਰੂ ਸ਼ਬਦ ਨੂੰ ਗੁ ਪਲੱਸ ਰੂ ਦੇ ਸੁਮੇਲ ਨਾਲ ਬਣਿਆ ਦੱਸਦੇ ਹਨ। ਗੁ ਦਾ ਭਾਵ ਹੈ ਹਨੇਰਾ ਅਤੇ ਰੂ ਦਾ ਅਰਥ ਹੈ ਚਾਨਣ। ਜੋ ਸ਼ਖਸੀਅਤ ਅਗਿਆਨਤਾ ਦੇ ਹਨੇਰੇ ਨੂੰ ਗਿਆਨ ਦੇ ਪ੍ਰਕਾਸ਼ ਵਿੱਚ ਤਬਦੀਲ ਕਰ ਦੇਵੇ, ਉਹ ਗੁਰੂ ਹੈ। ਗੁਰੂ ਦੀ ਕੀ ਮਹੱਤਤਾ ਹੈ? ਗੁਰੂ ਨਾਨਕ ਦੇਵ ਜੀ ਮੁਤਾਬਕ ਪਰਮਾਤਮਾ ਨੂੰ ਹਾਸਲ ਕਰਨ ਲਈ ਗੁਰੂ ਦੀ ਬਹੁਤ ਲੋੜ ਹੈ। ਗੁਰੂ ਰੂਪ ਜਹਾਜ਼ 'ਤੇ ਸਵਾਰ ਹੋ ਕੇ ਸੰਸਾਰ ਰੂਪੀ ਸਾਗਰ ਨੂੰ ਪਾਰ ਕਰਨਾ ਸੰਭਵ ਹੈ। ਆਪ ਜੀ ਦਾ ਕਹਿਣਾ ਹੈ ਕਿ ਗੁਰੂ ਦੀ ਮਦਦ ਤੋਂ ਬਿਨਾਂ ਕਿਸੇ ਨੇ ਵੀ ਪਰਮਾਤਮਾ ਨੂੰ ਹਾਸਿਲ ਨਹੀਂ ਕੀਤਾ। ਗੁਰੂ ਮੁਕਤੀ ਤੱਕ ਲੈ ਜਾਣ ਵਾਲੀ ਪੌੜੀ ਹੈ। ਗੁਰੂ ਮਨੁੱਖ ਦੀ ਸੁੱਤੀ ਹੋਈ ਆਤਮਾ ਨੂੰ ਜਗਾਉਂਦਾ ਹੈ ਤੇ ਉਸ ਵਿੱਚ ਪ੍ਰੇਮ ਤੇ ਭਗਤੀ ਦੇ ਅਰਥ ਪੈਦਾ ਕਰਦਾ ਹੈ। ਜਪਜੀ ਵਿੱਚ ਇੱਕ ਥਾਂ ਗੁਰੂ ਨਾਨਕ ਦੇਵ ਜੀ ਆਖਦੇ ਹਨ ਕਿ ਗੁਰੂ ਦੀ ਸਿੱਖਿਆ ਨਾਲ ਹੀ ਮਨੁੱਖ ਪਰਮਾਤਮਾ ਦੀ ਬਾਣੀ ਸਵਰਨ ਕਰ ਸਕਦਾ ਹੈ।
ਕਿ ਪਰਮਾਤਮਾ ਹਰ ਇੱਕ ਵਸਤੂ ਵਿੱਚ ਰਹਿੰਦਾ ਹੈ। ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ। ਗੁਰੂ ਦਾ ਰਹੱਸਵਾਦੀ ਸਿਧਾਂਤ ਕੀ ਹੈ? ਸਿੱਖ ਧਰਮ ਮੁਤਾਬਕ ਗੁਰੂ ਇੱਕ ਰਹੱਸਵਾਦੀ ਸਿਧਾਂਤ ਹੈ, ਜਿਸ ਤਹਿਤ ਗੁਰੂ ਕੋਈ ਦੇਹਧਾਰੀ ਜਾਂ ਬਾਹਰਮੁਖੀ ਆਸ਼ੇ ਵਾਲਾ ਵਿਅਕਤੀ ਨਹੀਂ, ਬਲਕਿ ਸੰਸਾਰ ਨੂੰ ਜੰਮਣ ਵਾਲੀ ਹਸਤੀ ਦੇ ਤੌਰ 'ਤੇ ਮਨੁੱਖਤਾ ਦੇ ਭਲੇ ਲਈ ਨਿਸ਼ਚਿਤ ਕੀਤਾ ਆਤਮਿਕ ਪੱਧਰ ਦਾ ਸਾਧਨ ਹੈ। ਇਹ ਸਾਧਨ ਸ਼ਬਦ ਹੈ, ਕਿਉਂਕਿ ਪਰਮਾਤਮਾ ਆਪ ਸ਼ਬਦ ਰੂਪ ਹੈ ਅਤੇ ਉਸ ਦਾ ਵਰਤੋਂ ਗੁਰੂ ਵੀ ਸ਼ਬਦ ਸਰੂਪ ਹੈ। ਇਸ ਕਰਕੇ ਗੁਰੂ ਦਾ ਸਿੱਖ ਨਿਰੰਬ ਸ਼ਬਦ ਗੁਰੂ ਨਾਲ ਕੇਂਦਰਿਤ ਹੈ। ਇਸ ਰਹੱਸਵਾਦੀ ਸਿਧਾਂਤ ਦੀ ਲੋਅ ਵਿੱਚ ਏਕਤਾ ਦੀ ਸਥਿਤੀ ਵਿੱਚ ਇੱਕੋ ਇੱਕ ਅਕਾਲ ਪੁਰਖ ਖੁਦ ਸ਼ਬਦ ਰੂਪ ਵਿੱਚ ਸਾਰੀ ਰਚਨਾ ਦਾ ਗੁਰੂ ਹੈ। ਪਰ ਰਚਨਾ ਦੀ ਅਨੇਕਤਾ ਵਿੱਚ ਜਿਸ ਪਵਿੱਤਰ ਸ਼ਖਸੀਅਤ ਵਿੱਚ ਉਹ ਸ਼ਬਦ ਜੋਤੀ ਦੇ ਰੂਪ ਵਿੱਚ ਵਿਅਕਤ ਹੁੰਦਾ ਹੈ, ਉਹ ਵਿਅਕਤੀ ਖਾਸ ਗੁਰੂ ਪਦ ਦਾ ਹੱਕਦਾਰ ਹੈ। ਗੁਰੂ ਦਾ ਸੰਸਥਾਗਤ ਆਧਾਰ ਕੀ ਹੈ? ਗੁਰੂ ਦੇ ਸੰਸਥਾਗਤ ਆਧਾਰ ਨੂੰ ਜਾਣਨ ਲਈ ਇਹ ਸਮਝਣਾ ਲਾਜ਼ਮੀ ਹੈ ਕਿ ਪਰਮਾਤਮਾ ਸ਼ਬਦ ਰੂਪ ਹੈ। ਜਿਸ ਸ਼ਬਦ ਨਿਰੋਲ ਹੁਕਮ ਹੈ ਤਾਂ ਗੁਰੂ ਪਰਮਾਤਮਾ ਹੈ। ਜਦ ਇਹ ਜੋਤ ਵਿੱਚ ਪਰਿਵਰਤਿਤ ਹੁੰਦਾ ਹੈ ਤਾਂ ਗੁਰੂ ਦੇ ਗ੍ਰਹਿਣ ਕਰਦਾ ਹੈ, ਜਿਵੇਂ ਸਿੱਖ ਗੁਰੂ ਸਾਹਿਬਾਨ। ਬਾਣੀ ਵਿੱਚ ਪ੍ਰਤੱਖ ਆਖਿਆ ਗਿਆ ਹੈ। ਇਸ ਗੁਰੂ ਜੋਤੀ ਨੇ ਨਿਸ਼ਚਿਤ ਜੁਗਤ ਵਿੱਚ ਪ੍ਰਗਟ ਹੋਣਾ ਹੁੰਦਾ ਹੈ। ਜੋਤੀ ਦੇ ਸੰਸਥਾਗਤ ਸਿਧਾਂਤ ਅਤੇ ਜੁਗਤੀ ਨੂੰ ਜਾਣਨ ਲਈ ਸੱਤਾ ਤੇ ਬਲਵੰਡ ਦੀ ਵਾਰ ਨੂੰ ਗੰਭੀਰਤਾ ਨਾਲ ਜਾਣਨ ਦੀ ਜ਼ਰੂਰਤ ਹੈ। ਇਸ ਤੋਂ ਭਲੀ ਪ੍ਰਕਾਰ ਪਤਾ ਚੱਲ ਜਾਂਦਾ ਹੈ ਕਿ ਨਾਨਕ ਜੋਤੀ ਕਿਵੇਂ ਭਾਈ ਲਹਿਣੇ ਜੀ ਵਿੱਚ ਦਾਖਲ ਹੋਈ ਅਤੇ ਉਸ ਦੇ ਸਿਰ 'ਤੇ ਕਿਵੇਂ ਨਿਰੰਜਨੀ ਛਤਰ ਝੁੱਲਿਆ। ਗੁਰਿਆਈ ਸੰਸਥਾ ਦੀ ਸ਼ੁਰੂਆਤ 'ਤੇ ਪ੍ਰਕਾਸ਼ ਪਾਓ। ਗੁਰਗੱਦੀ ਦੀ ਸੰਸਥਾ ਰੂਪ ਵਿੱਚ ਸ਼ੁਰੂਆਤ ਸਿੱਖ ਧਰਮ ਦੇ ਸੰਸਥਾਪਕ ਅਤੇ ਬਾਨੀ ਗੁਰੂ ਨਾਨਕ ਦੇਵ ਜੀ ਤੋਂ ਹੋ ਜਾਂਦੀ ਹੈ। ਅਰਥ, ਉਹਨਾਂ ਨੇ ਆਪਣੇ ਆਪ ਨੂੰ ਗੁਰੂ ਨਹੀਂ ਅਖਵਾਇਆ, ਪਰ ਜਨਮ ਸਾਖੀਆਂ ਵਿੱਚ ਉਹਨਾਂ ਲਈ ਸ਼ਬਦ ਗੁਰੂ, ਬਾਬਾ ਜਾਂ ਬਾਬਾ ਹੀ ਵਰਤਿਆ ਹੈ। ਅਸਲ ਵਿੱਚ ਗੁਰੂ ਜੋਤੀ ਨਾਨਕ ਮਨ ਵਿੱਚ ਵਸਦੀ ਹੈ। ਨਾਨਕ ਸਰੀਰ ਕਰਕੇ ਗੁਰੂ ਨਹੀਂ ਸੀ, ਬਲਕਿ ਜੋਤੀ ਕਰਕੇ ਗੁਰੂ ਸੀ। ਇਹੀ ਗੱਲ ਉੱਪਰ ਸਪਸ਼ਟ ਕੀਤੀ ਗਈ ਹੈ। ਇਸ ਨੂੰ ਇੱਥੇ ਥੋੜ੍ਹਾ ਹੋਰ ਸਮਝਣ ਦੀ ਜ਼ਰੂਰਤ ਹੈ। ਗੁਰੂ ਜੋਤੀ ਦੇ ਤੋਂ ਅਰਥ ਗੁਰੂ ਦੀ ਆਤਮਾ ਦੇ ਉਸ ਸਰੂਪ ਤੋਂ ਹੈ ਜਿਹੜੀ ਪਰਮਾਤਮਾ ਦੇ ਪ੍ਰਕਾਸ਼ ਰੂਪ ਪਰਮ ਸੱਤਾ ਨਾਲ ਤਦਰੂਪਤਾ ਧਾਰਨ ਕਰ ਚੁੱਕੀ ਹੈ। ਪਰਮਾਤਮਾ ਨਾਲ ਇੱਕ ਰੂਪ ਹੋਈ ਨਾਨਕ ਜੋਤੀ ਉਹਨਾਂ ਦੇ ਪ੍ਰਵਰਤਰੀ ਗੁਰੂਆਂ ਦੇ ਵੱਖ-ਵੱਖ ਸਰੀਰਾਂ ਵਿੱਚ ਦਾਖਲ ਹੁੰਦੀ ਰਹੀ ਹੈ। ਗੁਰੂ ਅਮਰਦਾਸ ਜੀ ਇਸ ਜੋਤੀ ਮਿਲਾਪ ਦੇ ਅਤੀ ਅਲੌਕਿਕ ਕ੍ਰਿਸ਼ਮੇ ਦੀ ਅਚਰਜਤਾ ਨੂੰ ਚੰਗੀ ਤਰ੍ਹਾਂ ਬਿਆਨ ਕਰਦੇ ਹਨ। ਗੁਰੂ ਜੋਤੀ ਦੇ ਅਵਤਰਨ ਬਾਰੇ ਲਿਖੋ। ਗੁਰਬਾਣੀ ਵਿੱਚ ਸਤੋ ਬਲਵੰਡ ਦੀ ਵਾਰ ਅਤੇ ਭੱਟਾਂ ਦੇ ਸਵੱਈਆਂ ਵਿੱਚ ਗੁਰੂ ਜੋਤੀ ਦੇ ਸਿਧਾਂਤ ਦਾ ਲੰਬਾ ਚੌੜਾ ਪ੍ਰਦਰਸ਼ਨ ਮਿਲਦਾ ਹੈ। ਸੱਤਾ ਅਤੇ ਬਲਵੰਡ ਲਿਖਦੇ ਹਨ ਕਿ ਜਦੋਂ ਗੁਰੂ ਨਾਨਕ ਨੇ ਗੁਰੂ ਅੰਗਦ ਨੂੰ ਗੱਦੀ 'ਤੇ ਬਿਰਾਜਮਾਨ ਕੀਤਾ ਤਾਂ ਲਹਿਣੇ ਦੀ ਦੁਹਾਈ ਫਿਰ ਗਈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਗੁਰੂ ਜੋਤੀ ਤਾਂ ਉਹ ਹੀ ਰਹੀ ਅਤੇ ਉਸ ਨੂੰ ਵਿਅਕਤ ਕਰਨ ਦੀ ਜੁਗਤੀ ਦੇ ਸਿਧਾਂਤ ਵਿੱਚ ਕੋਈ ਫਰਕ ਨਹੀਂ ਪਿਆ, ਸਿਰਫ ਕਾਇਆ ਹੀ ਪਲਟ ਕਰ ਦਿੱਤੀ ਗਈ। ਸ਼ਬਦ ਗੁਰੂ ਨੂੰ ਸਪਸ਼ਟ ਕਰੋ। ਸਿੱਧ ਗੋਸ਼ਟੀ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਲਿਖਦੇ ਹਨ, ਸ਼ਬਦ ਗੁਰੂ ਸੁਰਤੀ ਧੁਨੀ ਚੇਲਾ, ਭਾਵ ਸ਼ਬਦ ਗੁਰੂ ਹੈ ਤੇ ਸਿੱਖ ਦੀ ਸੁਰਤੀ ਚੇਲਾ ਰੂਪ ਹੈ। ਸ਼ਬਦ ਪਰਮਾਤਮਾ ਦੇ ਅਨੁਭਵ ਦਾ ਸਾਧਨ ਹੈ, ਕਿਉਂਕਿ ਅਕਾਲ ਪੁਰਖ ਆਪ ਇਸ ਸ਼ਬਦ ਵਿੱਚ ਰਮਿਆ ਹੋਇਆ ਹੁੰਦਾ ਹੈ। ਸ਼ਬਦ ਗੁਰੂ ਦੇ ਰਹੱਸਾਤਮਕ ਅਨੁਭਵ ਦਾ ਪ੍ਰਗਟਾਵਾ ਹੈ। ਗੁਰੂ ਦਾ ਰਹੱਸਾਤਮਕ ਅਨੁਭਵ ਪਰਮਾਤਮਾ ਦਾ ਪ੍ਰਤੀਕ ਹੈ। ਇਸ ਤਰ੍ਹਾਂ ਗੁਰੂ ਦਾ ਸ਼ਬਦ ਤੇ ਪਰਮਾਤਮਾ ਅਭਿੰਨ ਹਨ। ਉਸ ਅਕਾਲ ਪੁਰਖ ਪਰਮ ਹਸਤੀ ਪਰਮਾਤਮਾ ਦਾ ਸ਼ਬਦ ਗੁਰੂ ਦੀ ਬਾਣੀ ਰਾਹੀਂ ਸੰਚਰਿਤ ਹੋ ਕੇ ਗ੍ਰੰਥ ਸਾਹਿਬ ਵਿੱਚ ਸਥਾਪਿਤ ਹੋਇਆ ਹੈ। ਇਸ ਤਰ੍ਹਾਂ ਗੁਰੂ ਰੂਪ ਹੋ ਕੇ ਪੰਥ ਦੀ ਅਗਵਾਈ ਕਰਦਾ ਹੈ। ਇਸ ਤਰ੍ਹਾਂ ਸ਼ਬਦ ਬਾਣੀ ਨੇ ਗੁਰੂ ਰੂਪ ਧਾਰ ਕੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਅਤੇ ਸਿੱਖ ਪੰਥ ਦੇ ਸੰਗਠਨ ਵਿੱਚ ਖਾਸ ਭੂਮਿਕਾ ਨਿਭਾਈ ਹੈ। ਕੀ ਗੁਰੂ ਗ੍ਰੰਥ ਸਾਹਿਬ ਜੋਤੀ ਰੂਪ ਹੈ ਜਾਂ ਪ੍ਰਗਟ ਦੇ? ਸਿੱਖ ਧਰਮ ਦੇ ਰਹੱਸਵਾਦੀ ਸਿਧਾਂਤ ਅਨੁਸਾਰ ਗੁਰੂ ਸਰੀਰ ਜਾਂ ਦੇਹ ਨਹੀਂ ਬਲਕਿ ਜੋਤੀ ਹੈ। ਇਹ ਜੋਤੀ ਪਹਿਲਾਂ ਗੁਰੂ ਸਾਹਿਬਾਨ ਵਿੱਚ ਸੀ, ਜੋ ਮੁੱਖ ਜੁਗਤੀ ਦੁਆਰਾ 10 ਗੁਰੂ ਸਰੂਪਾਂ ਵਿੱਚ ਪਰਿਵਰਤਿਤ ਹੁੰਦੀ ਰਹੀ। ਇੱਥੇ ਜੋਤੀ ਸੂਖਮ ਹੈ ਤੇ ਪ੍ਰਗਟ ਬਾਣੀ ਹੈ
ਜੋ ਦੇਹ ਦੁਆਰਾ ਸੰਭਵ ਹੋਈ ਹੈ। ਇਹ ਜੋਤੀ ਸ਼ਬਦ ਰੂਪ ਹੋ ਕੇ ਬਾਣੀ ਦੇ ਰੂਪ ਦੇ ਵਿੱਚ ਪ੍ਰਗਟ ਹੁੰਦੀ ਰਹੀ। ਇਸੇ ਕਰਕੇ ਬਾਣੀ ਗੁਰੂ ਅਤੇ ਗੁਰੂ ਬਾਣੀ ਹੈ ਅਤੇ ਦੋਵੇਂ ਇੱਕ ਦੂਜੇ ਦੇ ਪੂਰਕ ਨਹੀਂ ਬਲਕਿ ਇੱਕ ਰੂਪ ਹਨ। ਇਸੇ ਧਾਰਨਾ ਅਧੀਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਬਾਣੀ ਨੂੰ ਮਹੱਤਤਾ ਦਿੱਤੀ ਜਾਂਦੀ ਰਹੀ ਸੀ। ਜਦ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥਾਂ ਦੀ ਬੀੜ ਤਿਆਰ ਕਰਕੇ ਇਸ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਕਰ ਦਿੱਤਾ ਤਾਂ ਕੱਚੀ ਬਾਣੀ ਤੇ ਸੱਚੀ ਬਾਣੀ ਦਾ ਨਿਖੇੜਾ ਹੋ ਗਿਆ। ਇਸ ਸਮੇਂ ਗੁਰੂ ਅਤੇ ਗ੍ਰੰਥ ਦੋਵੇਂ ਹੀ ਸਿੱਖਾਂ ਵਿੱਚ ਮੌਜੂਦ ਸਨ, ਪਰ ਗੁਰੂ ਪਦ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦੇਹਧਾਰੀ ਪਾਤਸ਼ਾਹੀਆਂ ਦੇ ਕੋਲ ਹੀ ਰਿਹਾ। 1699 ਈਸਵੀ ਨੂੰ ਜਦ ਖਾਲਸਾ ਪੰਥ ਦੀ ਸਾਜਨਾ ਹੋ ਗਈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਗੁਰੂ ਪ੍ਰਵਾਨ ਕੀਤਾ। ਬੇਸ਼ੱਕ ਗੁਰੂ ਜੀ ਨੇ ਮਹੱਤਵਪੂਰਨ ਮੌਕਿਆਂ ਉੱਤੇ ਖਾਲਸੇ ਦਾ ਆਦੇਸ਼ ਮੰਨਿਆ, ਪਰ ਗੁਰੂ ਪਦ ਦਾ ਪੂਰਾ ਹੱਕ ਗੁਰੂ ਗੋਬਿੰਦ ਸਿੰਘ ਜੀ ਕੋਲ ਹੀ ਰਿਹਾ। ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਲੰਗਰ ਪ੍ਰਥਾ 'ਤੇ ਨੋਟ ਲਿਖੋ। ਗੁਰੂ ਰਾਮਦਾਸ ਜੀ ਨੇ ਆਪਣੇ ਗੁਰੂ ਕਾਲ ਵਿੱਚ ਖਡੂਰ ਸਾਹਿਬ, ਗੋਇੰਦਵਾਲ ਤੇ ਕਰਤਾਰਪੁਰ ਵਿਖੇ ਗੁਰੂ ਕਾ ਲੰਗਰ ਚਲਾਇਆ। ਗੁਰੂ ਅਮਰਦਾਸ ਜੀ ਦੇ ਸਮੇਂ ਸ੍ਰੀ ਗੁਰੂ ਰਾਮਦਾਸ ਜੀ ਗੁਰੂ ਘਰ ਲਈ ਆਪ ਲੱਕੜਾਂ ਢੋਂਦੇ ਸਨ। ਦੂਰ ਵਸਦੇ ਸਿੱਖਾਂ ਤੋਂ ਮਸੰਦਾਂ ਦੁਆਰਾ ਲੰਗਰ ਲਈ ਭੇਟਾ ਇਕੱਠੀ ਹੋਇਆ ਕਰਦੀ ਸੀ। ਗੁਰੂ ਅਰਜਨ ਦੇਵ ਜੀ ਦੇ ਸਮੇਂ ਹਰਿਮੰਦਰ ਸਾਹਿਬ ਤੇ ਸਰੋਵਰ ਸਾਹਿਬ ਦੀ ਸੇਵਾ ਹੋਣ ਕਰਕੇ ਸਿੱਖ ਵਧੇਰੇ ਗਿਣਤੀ ਵਿੱਚ ਆਉਂਦੇ ਸਨ। ਮਾਤਾ ਗੰਗਾ ਜੀ ਲੰਗਰ ਦੀ ਸੇਵਾ ਕਰਦੇ ਸਨ। ਲੰਗਰ ਦੀ ਦੇਖਰੇਖ ਪਸੰਦ ਕਰਦੇ ਸਨ। ਗੁਰੂ ਹਰਗੋਬਿੰਦ ਜੀ, ਗੁਰੂ ਹਰਿਰਾਏ ਤੇ ਗੁਰੂ ਹਰਿਕ੍ਰਿਸ਼ਨ ਜੀ ਦੇ ਸਮੇਂ ਲੰਗਰ ਪ੍ਰਥਾ ਕਿਹੋ ਜਿਹੀ ਸੀ? ਗੁਰੂ ਜੀ ਆਪਣੇ ਸਿੱਖਾਂ ਨੂੰ ਕਹਿੰਦੇ ਸਨ, ਲੰਗਰ ਚਲਾਓ, ਨਾਮ ਜਪੋ ਤੇ ਹੋਰਨਾਂ ਨੂੰ ਜਪਾਓ। ਗੁਰੂ ਹਰਗੋਬਿੰਦ ਸਿੰਘ ਜੀ ਦੇ ਸਮੇਂ ਉਹਨਾਂ ਦੇ ਸੈਨਿਕ ਵੀ ਲੰਗਰ ਵਿੱਚੋਂ ਹੀ ਭੋਜਨ ਛਕਦੇ ਸਨ। ਲੋਕਾਂ ਦੁਆਰਾ ਇਕੱਠੇ ਕੀਤੇ ਗਏ ਦਸਵੰਧ ਨਾਲ ਹੀ ਲੰਗਰ ਪ੍ਰਥਾ ਚਲਾਈ ਜਾਂਦੀ ਸੀ। ਇਸ ਤੋਂ ਇਲਾਵਾ ਗਰੀਬਾਂ ਤੇ ਲੋੜਵੰਦਾਂ ਦੀ ਵੀ ਇਸ ਦਸਵੰਧ ਵਿੱਚੋਂ ਸਹਾਇਤਾ ਕੀਤੀ ਜਾਂਦੀ ਸੀ। ਇਸੇ ਤਰ੍ਹਾਂ ਗੁਰੂ ਹਰਿਰਾਏ ਤੇ ਗੁਰੂ ਹਰਕ੍ਰਿਸ਼ਨ ਦੇ ਸਮੇਂ ਗੁਰੂ ਕੇ ਲੰਗਰ ਦੀ ਪ੍ਰਥਾ ਵਿੱਚ ਵਾਧਾ ਹੁੰਦਾ ਗਿਆ। ਪਹਿਲੇ ਸਤਿਗੁਰਾਂ ਦੇ ਘਰ ਘਰ ਧਰਮਸ਼ਾਲਾ ਦੇਖਣ ਦਾ ਜੋ ਨਿਸ਼ਚਾ ਬਣਾਇਆ ਸੀ, ਉਹ ਸ੍ਰੀ ਗੁਰੂ ਹਰਿਰਾਏ ਜੀ ਨੇ ਪੂਰਾ ਕੀਤਾ। ਉਹਨਾਂ ਨੇ ਸ਼ਰਧਾਲੂ ਸਿੱਖਾਂ ਨੂੰ ਆਦੇਸ਼ ਦਿੱਤਾ ਕਿ ਉਹ ਆਪਣੇ ਘਰਾਂ ਵਿੱਚ ਗੁਰੂ ਕਾ ਲੰਗਰ ਚਲਾਉਣ। ਆਦਿ ਗ੍ਰੰਥ ਸਾਹਿਬ ਦੇ ਸੰਕਲਨ ਦੀ ਲੋੜ ਕਿਉਂ ਪਈ? ਆਦਿ ਗ੍ਰੰਥ ਸਾਹਿਬ ਦੇ ਸੰਕਲਨ ਲਈ ਕਈ ਕਾਰਜ ਜ਼ਿੰਮੇਵਾਰ ਸਨ। ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਸਿੱਖ ਧਰਮ ਦਾ ਪ੍ਰਸਾਰ ਬੜੀ ਤੇਜ਼ੀ ਨਾਲ ਹੋ ਰਿਹਾ ਸੀ। ਉਹਨਾਂ ਦੀ ਰਹਿਨੁਮਾਈ ਦੇ ਲਈ ਇੱਕ ਪਵਿੱਤਰ ਧਾਰਮਿਕ ਗ੍ਰੰਥ ਦੀ ਲੋੜ ਸੀ। ਦੂਸਰਾ, ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਪ੍ਰਿਥਿਆ ਆਪ ਗੁਰਗੱਦੀ ਪ੍ਰਾਪਤ ਕਰਨਾ ਚਾਹੁੰਦਾ ਸੀ। ਇਸ ਉਦੇਸ਼ ਨਾਲ ਉਸਨੇ ਆਪਣੀਆਂ ਰਚਨਾਵਾਂ ਨੂੰ ਗੁਰੂ ਸਾਹਿਬਾਨ ਦੀ ਬਾਣੀ ਕਹਿ ਕੇ ਲੋਕਾਂ ਵਿੱਚ ਪ੍ਰਚਲਿਤ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਗੁਰੂ ਅਰਜਨ ਦੇਵ ਗੁਰੂ ਸਾਹਿਬਾਨ ਦੀ ਬਾਣੀ ਸ਼ੁੱਧ ਰੂਪ ਵਿੱਚ ਅੰਕਿਤ ਕਰਨਾ ਚਾਹੁੰਦੇ ਸਨ ਤਾਂ ਕਿ ਸਿੱਖਾਂ ਨੂੰ ਕੋਈ ਭੁਲੇਖਾ ਨਾ ਰਹੇ। ਤੀਸਰਾ, ਜੋ ਸਿੱਖਾਂ ਦੀ ਇੱਕ ਵੱਖਰੀ ਕੌਮ ਸਥਾਪਿਤ ਕਰਨੀ ਸੀ ਤਾਂ ਉਹਨਾਂ ਲਈ ਇੱਕ ਵੱਖਰਾ ਧਾਰਮਿਕ ਗ੍ਰੰਥ ਵੀ ਲਿਖਿਆ ਜਾਣਾ ਜ਼ਰੂਰੀ ਸੀ। ਚੌਥਾ, ਗੁਰੂ ਅਮਰਦਾਸ ਜੀ ਨੇ ਵੀ ਸਿੱਖਾਂ ਨੂੰ ਗੁਰੂ ਸਾਹਿਬਾਨ ਦੀ ਸੱਚੀ ਬਾਣੀ ਪੜ੍ਹਨ। ਕੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਰਾਜਸੀ ਕਾਰਨਾਂ ਕਰਕੇ ਹੋਈ ਸੀ? ਕੁਝ ਕੁ ਇਤਿਹਾਸਕਾਰਾਂ ਦਾ ਮਤ ਹੈ ਕਿ ਗੁਰੂ ਸਾਹਿਬ ਦੀ ਸ਼ਹੀਦੀ ਪਿੱਛੇ ਰਾਜਸੀ ਕਾਰਨ ਸਨ। ਜਿਵੇਂ ਮੁਹੰਮਦ ਲਤੀਫ ਦਾ ਕਹਿਣਾ ਹੈ ਕਿ ਬੰਗਾਲ ਦੀ ਯਾਤਰਾ ਤੋਂ ਬਾਅਦ ਗੁਰੂ ਸਾਹਿਬ ਵਿਦਰੋਹੀ ਹੋ ਗਏ। ਉਹਨਾਂ ਨੇ ਦੇਸ਼ ਵਿੱਚ ਭਾਰੀ ਲੁੱਟਮਾਰ ਮਚਾ ਰੱਖੀ ਸੀ ਅਤੇ ਹਾਂਸੀ ਤੋਂ ਲੈ ਕੇ ਦਰਿਆ ਸਤਲੁਜ ਵਿਚਾਲੇ ਦਾ ਸਾਰਾ ਪ੍ਰਦੇਸ਼ ਉਜਾੜ ਕੇ ਰੱਖ ਦਿੱਤਾ ਸੀ। ਗੁਰੂ ਸਾਹਿਬ ਨੇ ਬਹੁਤ ਸਾਰੇ ਹਥਿਆਰਬੰਦ ਵਿਅਕਤੀਆਂ ਨੂੰ ਭਰਤੀ ਕਰ ਲਿਆ ਸੀ। ਉਹਨਾਂ ਨੂੰ ਲੁੱਟਮਾਰ ਵਿੱਚੋਂ ਹਿੱਸਾ ਦਿੱਤਾ ਜਾਂਦਾ ਸੀ। ਇਹਨਾਂ ਤੋਂ ਇਲਾਵਾ ਉਹਨਾਂ ਨੇ ਮੁਗਲ ਰਾਜ ਦੇ ਸੈਨਿਕ ਭਗੌੜਿਆਂ ਨੂੰ ਆਪਣੇ ਕੋਲ ਸ਼ਰਨ ਦੇਣੀ ਸ਼ੁਰੂ ਕਰ ਦਿੱਤੀ ਸੀ। ਗੁਲਾਮ ਹੁਸੈਨ ਦਾ ਕਹਿਣਾ ਹੈ ਕਿ ਗੁਰੂ ਜੀ ਨੇ ਆਪਣੇ ਹਜ਼ਾਰਾਂ ਹਥਿਆਰਬੰਦ ਪੈਰੋਕਾਰਾਂ ਨਾਲ ਮਿਲ ਕੇ ਲੁੱਟਮਾਰ ਸ਼ੁਰੂ ਕਰ ਦਿੱਤੀ ਸੀ। ਇਸ ਲੁੱਟਮਾਰ ਦੇ ਕੰਮ ਵਿੱਚ ਉਹਨਾਂ ਨੇ ਆਪਣੇ ਇੱਕ ਮੁਸਲਿਮ ਫਕੀਰ ਹਫੀਜ਼ ਅਹਿਮਦ ਨੂੰ ਵੀ ਆਪਣੇ ਨਾਲ ਮਿਲਾ ਲਿਆ ਸੀ। ਉਹਨਾਂ ਨੇ ਸਾਰੇ ਪੰਜਾਬ ਵਿੱਚ ਤਬਾਹੀ ਮਚਾਈ ਹੋਈ ਸੀ। ਇਸ ਕਾਰਨ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਗਵਾਲੀਅਰ ਭੇਜ ਦਿੱਤਾ ਗਿਆ। ਇੱਥੇ ਗੁਰੂ ਜੀ ਦੇ ਸਿਰ ਦੇ 4 ਟੁਕੜੇ ਕਰਕੇ ਕਿਲ੍ਹੇ ਦੇ 4 ਦਰਵਾਜ਼ਿਆਂ 'ਤੇ ਲਟਕਾ ਦਿੱਤੇ ਗਏ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਕੋਈ 3 ਪ੍ਰਭਾਵ ਲਿਖੋ। ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹੀਦੀ ਨਾ ਕੇਵਲ ਸਿੱਖ ਇਤਿਹਾਸ
ਸਗੋਂ ਸਮੁੱਚੇ ਵਿਸ਼ਵ ਇਤਿਹਾਸ ਵਿੱਚ ਇੱਕ ਅਦੁੱਤੀ ਘਟਨਾ ਮੰਨੀ ਜਾਂਦੀ ਹੈ। ਇਸ ਸ਼ਹੀਦੀ ਨੇ ਸਮੁੱਚੀ ਮਨੁੱਖਤਾ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਸ਼ਹੀਦੀ ਨੇ ਨਾ ਸਿਰਫ ਪੰਜਾਬ ਬਲਕਿ ਭਾਰਤ ਦੇ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ। ਇਸ ਸ਼ਹੀਦੀ ਨੇ ਖਾਲਸਾ ਦੀ ਸਥਾਪਨਾ ਲਈ ਮਾਰਗ ਸਾਫ਼ ਕੀਤਾ। ਅਸਲ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਨਾਲ ਹੀ ਮਹਾਨ ਮੁਗਲ ਸਾਮਰਾਜ ਦਾ ਪਤਨ ਆਰੰਭ ਹੋ ਗਿਆ। ਡਾਕਟਰ B.S. ਗੁਪਤਾ ਦੇ ਸ਼ਬਦਾਂ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਮਹੱਤਵਪੂਰਨ ਅਤੇ ਦੂਰਗਾਮੀ ਪ੍ਰਭਾਵ ਪਏ। ਪਹਿਲਾ ਪ੍ਰਭਾਵ ਖਾਲਸਾ ਦੀ ਸਿਰਜਣਾ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੇ ਸਿੱਖਾਂ ਨੂੰ ਇਹ ਸਪਸ਼ਟ ਕਰ ਦਿੱਤਾ ਸੀ ਕਿ ਆਪਣੇ ਧਰਮ ਦੀ ਰੱਖਿਆ ਲਈ ਉਹਨਾਂ ਦਾ ਹਥਿਆਰਬੰਦ ਹੋਣਾ ਅਤੀ ਜ਼ਰੂਰੀ ਹੈ। ਇਸ ਉਦੇਸ਼ ਨਾਲ ਅਤੇ ਸਿੱਖਾਂ ਵਿੱਚ ਇੱਕ ਨਵੀਂ ਰੂਹ ਫੂਕਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਣਾ ਕਰਕੇ ਇੱਕ ਮਹਾਨ ਕਾਰਜ ਕੀਤਾ। ਖਾਲਸਾ ਪੰਥ ਦੀ ਸਿਰਜਣਾ ਨੇ ਇੱਕ ਅਜਿਹੀ ਸਿਰਲੱਥ ਕੌਮ ਨੂੰ ਜਨਮ ਦਿੱਤਾ ਜਿਸ ਨੇ ਮੁਗਲਾਂ ਅਤੇ ਅਫਗਾਨਾਂ ਵਰਗੇ ਸ਼ਕਤੀਸ਼ਾਲੀ ਸਾਮਰਾਜਾਂ ਦਾ ਪੰਜਾਬ ਵਿੱਚੋਂ ਨਾਮੋ ਨਿਸ਼ਾਨ ਮਿਟਾ ਕੇ ਰੱਖ ਦਿੱਤਾ। ਦੂਸਰਾ ਪ੍ਰਭਾਵ ਹਿੰਦੂ ਧਰਮ ਦੀ ਰੱਖਿਆ। ਔਰੰਗਜ਼ੇਬ ਸਾਰੇ ਭਾਰਤ ਨੂੰ ਦਰਅਸਲ ਇਸਲਾਮ ਵਿੱਚ ਤਬਦੀਲ ਕਰਨਾ ਚਾਹੁੰਦਾ ਸੀ। ਇਸ ਉਦੇਸ਼ ਨਾਲ ਉਸਨੇ ਹਿੰਦੂਆਂ 'ਤੇ ਭਾਰੀ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਸਨ। ਮੁਗਲਾਂ ਦੇ ਦਿਨੋਂ ਦਿਨ ਵੱਧ ਰਹੇ ਅਤਿਆਚਾਰਾਂ ਤੋਂ ਤੰਗ ਆ ਕੇ ਬਹੁਤ ਸਾਰੇ ਹਿੰਦੂਆਂ ਨੇ ਇਸਲਾਮ ਧਰਮ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਲਈ ਹਿੰਦੂ ਧਰਮ ਦੀ ਹੋਂਦ ਲਈ ਇੱਕ ਭਾਰੀ ਖਤਰਾ ਪੈਦਾ ਹੋ ਗਿਆ ਸੀ। ਅਜਿਹੇ ਸਮੇਂ ਜਦੋਂ ਹਿੰਦੂ ਹਰ ਪਾਸਿਓਂ ਨਿਰਾਸ਼ ਹੋ ਚੁੱਕੇ ਸਨ ਤਾਂ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਕੁਰਬਾਨੀ ਦੇ ਕੇ ਹਿੰਦੂ ਧਰਮ ਨੂੰ ਲੋਪ ਹੋਣ ਤੋਂ ਬਚਾ ਲਿਆ। ਇਸ ਸ਼ਹੀਦੀ ਨੇ ਔਰੰਗਜ਼ੇਬ ਨੂੰ ਇਹ ਸਪਸ਼ਟ ਕਰ ਦਿੱਤਾ ਕਿ ਹਿੰਦੂਆਂ ਦੀ ਸਾਰੀ ਕੌਮ ਨੂੰ ਇਸਲਾਮ ਵਿੱਚ ਤਬਦੀਲ ਕਰਨਾ ਪੂਰੀ ਤਰ੍ਹਾਂ ਅਸੰਭਵ ਹੈ। ਇਸ ਸ਼ਹੀਦੀ ਨੇ ਸਦੀਆਂ ਤੋਂ ਸੁੱਤੀ ਪਈ ਹਿੰਦੂ ਕੌਮ ਵਿੱਚ ਇੱਕ ਨਵੀਂ ਜਾਗ੍ਰਿਤੀ ਪੈਦਾ ਕੀਤੀ। ਉਹ ਹੁਣ ਔਰੰਗਜ਼ੇਬ ਦੇ ਅਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਗਏ। ਤੀਸਰਾ ਪ੍ਰਭਾਵ ਇਤਿਹਾਸ ਦੀ ਇੱਕ ਮਹਾਨ ਘਟਨਾ। ਦੁਨੀਆ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਇਹ ਕੁਰਬਾਨੀਆਂ ਜਾਂ ਤਾਂ ਆਪਣੇ ਧਰਮ ਦੀ ਰੱਖਿਆ ਜਾਂ ਦੇਸ਼ ਦੀ ਖਾਤਰ ਦਿੱਤੀਆਂ ਗਈਆਂ, ਪਰ ਗੁਰੂ ਤੇਗ ਬਹਾਦਰ ਜੀ ਨੇ ਲਿਤਾੜੇ ਹੋਏ ਲੋਕਾਂ ਦੀ ਰੱਖਿਆ ਲਈ ਅਤੇ ਉਸ ਧਰਮ ਦੀ ਰੱਖਿਆ ਲਈ ਕੁਰਬਾਨੀ ਦਿੱਤੀ ਜੋ ਉਹਨਾਂ ਦਾ ਆਪਣਾ ਨਹੀਂ ਸੀ। ਦੁਨੀਆ ਦੇ ਇਤਿਹਾਸ ਵਿੱਚ ਅਜਿਹੀ ਕੋਈ ਹੋਰ ਉਦਾਹਰਣ ਨਹੀਂ ਮਿਲਦੀ। ਇਸੇ ਕਾਰਨ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦਾਂ ਦੇ ਸਰਤਾਜ ਅਤੇ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ। ਸਪਸ਼ਟ ਕਰੋ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਧਾਰਮਿਕ ਕਾਰਨਾਂ ਕਰਕੇ ਹੋਈ। ਬਹੁਤ ਸਾਰੇ ਇਤਿਹਾਸਕਾਰੀ ਉਪਰੋਕਤ ਮਤ ਨਾਲ ਸਹਿਮਤ ਨਹੀਂ। ਉਹਨਾਂ ਦਾ ਮਤ ਹੈ ਕਿ ਗੁਰੂ ਸਾਹਿਬ ਦੀ ਸ਼ਹੀਦੀ ਪਿੱਛੇ ਧਾਰਮਿਕ ਕਾਰਨ ਸਨ। ਇਸ ਸੰਬੰਧੀ ਡਾਕਟਰ ਇੰਦੂ ਭੂਸ਼ਣ ਬੈਨਰਜੀ ਦਾ ਕਹਿਣਾ ਹੈ ਕਿ ਸਾਨੂੰ ਨਿਸ਼ਚਿਤ ਰੂਪ ਵਿੱਚ ਪਤਾ ਲੱਗਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਸ਼ਾਂਤੀ ਪਸੰਦ ਸਨ ਅਤੇ ਗੁਰਗੱਦੀ ਪ੍ਰਾਪਤ ਕਰਨ ਤੋਂ ਪਹਿਲਾਂ ਸੰਨਿਆਸੀਆਂ ਵਾਲਾ ਇਕਾਂਤ ਜੀਵਨ ਬਤੀਤ ਕਰਦੇ ਸਨ। ਉਹ ਤੇਗ ਬਹਾਦਰ ਦੀ ਥਾਂ ਦੇਗ ਬਹਾਦਰ ਅਖਵਾਉਣਾ ਵਧੇਰੇ ਪਸੰਦ ਕਰਦੇ ਸਨ। ਉਹਨਾਂ ਦੀ ਸਹਿਣਸ਼ੀਲਤਾ ਉਹਨਾਂ ਦੇ ਸੰਬੰਧੀਆਂ ਅਤੇ ਮਸੰਦਾਂ ਨਾਲ ਕੀਤੇ ਗਏ ਵਿਵਹਾਰ ਤੋਂ ਸਪਸ਼ਟ ਹੋ ਜਾਂਦੀ ਹੈ। ਉਹਨਾਂ ਦੀਆਂ ਰਚਨਾਵਾਂ ਦੀ ਉਹਨਾਂ ਦੀ ਧਾਰਮਿਕ ਪਵਿੱਤਰਤਾ ਦਾ ਸਬੂਤ ਦਿੰਦੀਆਂ ਹਨ। ਡਾਕਟਰ ਗੰਡਾ ਸਿੰਘ S.S. ਜੌਹਰ ਆਪਣੇ ਪੱਖ ਵਿੱਚ ਦਲੀਲਾਂ ਦਿੰਦੇ ਹੋਏ ਲਿਖਦੇ ਹਨ ਕਿ ਗੁਲਾਮ ਹੁਸਨ ਨੇ ਆਪਣੀ ਪੁਸਤਕ ਵਿੱਚ ਅਨੇਕਾਂ ਮਨਘੜੰਤ ਗੱਲਾਂ ਲਿਖੀਆਂ ਹਨ। ਉਸਦਾ ਇਹ ਕਹਿਣਾ ਕਿ ਗੁਰੂ ਜੀ ਨੇ ਹਫੀਜ਼ ਅਹਿਮਦ ਨਾਂ ਦੇ ਇੱਕ ਫਕੀਰ ਨੂੰ ਆਪਣੀਆਂ ਸਾਜ਼ਿਸ਼ਾਂ ਵਿੱਚ ਰਲਾ ਲਿਆ ਸੀ ਠੀਕ ਨਹੀਂ ਜਾਪਦਾ, ਕਿਉਂਕਿ ਉਸ ਨੂੰ ਸ਼ਾਹਜਹਾਂ ਨੇ ਦੇਸ਼ ਨਿਕਾਲਾ ਦੇ ਦਿੱਤਾ ਸੀ। ਦੂਜਾ, ਉਹ ਕੋਈ ਸਮਕਾਲੀ ਲੇਖਕ ਨਹੀਂ ਸੀ। ਤੀਜਾ, ਉਸ ਦੁਆਰਾ ਇਹ ਕਹਿਣਾ ਕਿ ਗੁਰੂ ਜੀ ਨੂੰ ਗਵਾਲੀਅਰ ਵਿਖੇ ਸ਼ਹੀਦ ਕੀਤਾ ਗਿਆ ਇਤਿਹਾਸਿਕ ਤੱਥਾਂ ਦੇ ਬਿਲਕੁਲ ਉਲਟ ਹੈ। ਡਾਕਟਰ B.S. ਗੁਪਤਾ ਦਾ ਕਹਿਣਾ ਹੈ ਕਿ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਆਪਣੀ ਧਾਰਮਿਕ ਕੱਟੜਤਾ ਕਾਰਨ ਸ਼ਹੀਦ ਕੀਤਾ। ਬਚਿੱਤਰ ਨਾਟਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਕਿ ਗੁਰੂ ਸਾਹਿਬ ਨੇ ਤਿਲਕ ਅਤੇ ਜੰਝੂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ। ਇਸ ਤਰ੍ਹਾਂ ਸਪਸ਼ਟ ਹੈ ਕਿ ਗੁਰੂ ਸਾਹਿਬ ਨਾ ਤਾਂ ਰਾਜਸੀ ਵਿਦਰੋਹੀ ਸੀ ਤੇ ਨਾ ਅਪਰਾਧੀ।
ਉਹਨਾਂ ਦਾ ਮੁੱਖ ਦੋਸ਼ ਬਾਦਸ਼ਾਹ ਦੀਆਂ ਨਜ਼ਰਾਂ ਵਿੱਚ ਇਹ ਸੀ ਕਿ ਉਹਨਾਂ ਨੇ ਇਸਲਾਮ ਨੂੰ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ।